ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। हम संतन की नैन प्यारे, हम संतन की शरणा, संत हमारी ओट सतानी। संत हमारी ओट सतानी, संत हमारा कहना। सुते अपराध करते हैं जेते, जननी चितना राखसते ते। रामैया हो बारिक तेरा, काहे ना खंडस अब गुण मेरा। क्यों छूटो कैसी तरो, पव जल निद पारी, राख राख मेरे बीठला, राख राख मेरे बीठला। जन शरण तुम्हारी, तुमरी शरण तुम्हारी आशा, तुम ही सजन सोहेले। राखो राखन हार दयाला, नानक करके गोले। मुझ में ना मुझ में रहा न हूँ, जब आपा पर का मिट गया। जत देखो तत तू, पाग ठड़े हर संत तुम्हारे, जिन कर तन हर नामा। परवान गणी से ये आए, सफल तिना के कामा। ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ,
ਧੰਨ ਗੁਰੂ ਨਾਨਕ 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 ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਮਹਾਂਪੁਰਖਾਂ ਦੀਆਂ ਯਾਦਾਂ ਨੇ ਉਹਨਾਂ ਦੀਆਂ ਯਾਦਾਂ ਦੇ ਵਿੱਚ ਆਪਾਂ ਬੈਠੇ ਹਾਂ। ਜਿਨ੍ਹਾਂ ਦੀਆਂ ਵੱਡੀਆਂ ਕਮਾਈਆਂ ਜਿਹੜੇ ਧਰਮ ਦੇ ਉੱਤੇ ਮਹਾਂਪੁਰਖ ਖੜੇ ਆ, ਕਦੀ ਡੋਲਦੇ ਨਹੀਂ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ। ਮਲੂਕੇ ਵਾਲੇ ਮਹਾਂਪੁਰਸ਼ਾਂ ਦਾ ਬੜਾ ਨਾਮ ਹੈ, ਬੜੀ ਕਮਾਈ ਹੈ। ਜਿਨ੍ਹਾਂ ਨੂੰ ਬਾਬਾ ਹਰਨਾਮ ਸਿੰਘ ਜੀ ਨੇ ਝੋਲੀਆਂ ਭਰੀਆਂ ਦਾਤਾਂ ਦਿੱਤੀਆਂ। ਬਹੁਤ ਲੰਬਾ ਸਮਾਂ ਬਾਬਾ ਜੀ ਦੀ ਹਜ਼ੂਰੀ ਸੇਵਾ, ਜਿਹੜੀਆਂ ਆਪਾਂ ਗੱਡੀਆਂ ਕਾਰਾਂ ਤੇ ਬਹਿ ਕੇ ਆਏ ਆ ਨਾ, ਉਹ ਤਾਂ ਇੱਥੋਂ ਮਹਾਂਪੁਰਸ਼ ਪੈਦਲ ਹੀ ਜਾਣਾ, ਪੈਦਲ ਹੀ ਆਉਣਾ। ਇਸ ਤਰ੍ਹਾਂ ਦੇ ਸਫ਼ਰ ਸੀ। ਰਾਹੀ ਪਾਂਦੀ ਤੁਰਦੇ ਸੀ ਉਹਨਾਂ ਸਮਿਆਂ 'ਚ।
50-60 ਸਾਲ ਪਹਿਲੋਂ ਇਵੇਂ ਹੀ ਸੀ ਕੰਮ। ਸੜਕਾਂ ਨਹੀਂ ਹੈਗੀਆਂ ਸੀ ਬਹੁਤੀਆਂ ਥਾਵਾਂ 'ਤੇ, ਮੋਟਰਾਂ ਦੀ ਆਵਾਜਾਈ ਨਹੀਂ ਸੀ। ਮੈਂ ਵੀ ਆਪਣੀ ਮਾਂ ਦੇ ਨਾਲ ਨਾਨਕੇ ਪਿੰਡ ਤੁਰ ਕੇ ਜਾਇਆ ਕਰਦਾ ਸੀ ਪਹਿਲੀ ਛੋਟੀ ਨਿੱਕੀ ਉਮਰ 'ਚ। ਅੱਜ ਬੜੇ ਰੋਡ ਬਣ ਗਏ, ਹਾਈਵੇ ਰੋਡ ਬਣ ਗਏ ਉੱਥੋਂ। ਉਦੋਂ ਸੜਕਾਂ ਹੀ ਨਹੀਂ ਸੀ। ਇੱਥੋਂ ਬਾਬਾ ਜੀ ਮਲੂਕੇ ਵਾਲੇ ਸੇਵਾ 'ਚ ਪਹੁੰਚਣਾ, ਆਉਣਾ ਤੇ ਤੁਰ ਕੇ ਪੈਦਲ। ਪਤਾ ਹੀ ਨਹੀਂ ਕਿਵੇਂ ਪੈਂਡਾ ਬੀਤਦਾ ਸੀ ਮਾਲਕ ਦੀ ਯਾਦ ਵਿੱਚ। ਬਹੁਤ ਜ਼ਿਆਦਾ ਸਫ਼ਰ ਕਰਦੇ ਸਨ ਲੋਕ। ਮੁਰਸ਼ਦ ਦੇ ਚਰਨਾਂ ਵਿੱਚ ਬਹੁਤ ਕਮਾਈ ਕੀਤੀ। ਘਰ ਨਾ ਘਾਲੀ ਅੱਜ ਇਸ ਸਥਾਨ ਤੇ ਮਿੱਠੀਆਂ ਯਾਦਾਂ ਬਾਬੇ ਰੂਮੀ ਵਾਲਿਆਂ ਦੀਆਂ, ਬਾਬਾ ਜੀ ਸ਼੍ਰੀ ਰਾਮ ਸਿੰਘ ਜੀ ਮਲੂਕੇ ਵਾਲਿਆਂ ਦੀਆਂ, ਬਾਬਾ ਬਲਵਿੰਦਰ ਸਿੰਘ ਜੀ ਦੀਆਂ ਪਿਆਰੀਆਂ ਮਿੱਠੀਆਂ ਯਾਦਾਂ ਨੇ। ਬਹੁਤ ਸਮੇਂ ਤੋਂ ਬਾਬਾ ਜੀ ਨਾਲ ਪ੍ਰੇਮ ਰਿਹਾ। ਪੁੱਛੋ ਸਾਹਿਬ ਆਈਦਾ ਸੀ ਉਸ ਤੋਂ ਵੀ ਪਹਿਲੋਂ ਇੱਥੇ ਹਾਜ਼ਰੀਆਂ ਭਰਨ ਲੱਗੇ। ਭਾਈ ਦਵਿੰਦਰ ਸੁਣੀ ਬੈਠੇ ਨੇ ਇੱਥੇ, ਉਹਨਾਂ ਦਾ ਕਾਰਨ ਬਣਿਆ। ਉੱਥੋਂ ਇਹ ਨਾਲ ਲੁਧਿਆਣੇ ਤੋਂ ਲੈ ਕੇ ਆਇਆ ਕਰਦੇ ਸੀ ਸੰਗਤ ਵੀ। ਬਹੁਤ ਇਹਨਾਂ ਦਾ ਗੁਰਮੁਖ ਪਰਿਵਾਰ ਸੀ। ਪਿਤਾ ਜੀ ਸਾਰੇ ਇੱਥੇ ਮਹਾਂਪੁਰਸ਼ਾਂ ਦੇ ਚਰਨਾਂ ਨਾਲ ਜੁੜੇ ਹੋਏ ਸੀ। ਆਪਣੀ ਪੂਰੀ ਸੇਵਾ ਨਿਭਾਉਂਦਾ ਪਰਿਵਾਰ ਹੁਣ ਵੀ। ਆਓ ਸਾਰੇ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਬੈਠ ਕੇ ਕੋਈ ਘੜੀਆਂ ਮੂਲ ਮੰਤਰ ਦਾ ਜਾਪ ਕਰੀਏ। ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ
ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਬਾਬਾ ਜੀ ਦੇ ਸਮੇਂ ਦੀਆਂ ਜਿਹੜੀਆਂ ਲਿਖਤਾਂ ਨੇ ਉਹ ਤਕਰੀਬਨ ਸਾਲ ਡੇਢ ਸਾਲ ਲੱਗਿਆ ਸਾਨੂੰ ਸਾਰੀਆਂ ਜਿੰਦੇ ਦਰਸ਼ਨ ਕਰਨ ਦਾ। ਉਹਨਾਂ ਵਿੱਚ ਬਹੁਤ ਲਿਖਤਾਂ ਜਿਹੜੀਆਂ ਮਲੂਕੇ ਵਾਲੇ ਮਹਾਂਪੁਰਖਾਂ ਦੀਆਂ ਨੇ, ਕੀਤੀਆਂ ਹੋਈਆਂ ਬਹੁਤ ਚਿੱਠੀਆਂ ਬਾਬਾ ਜੀ ਲਿਖਵਾਉਂਦੇ ਸੀ। ਜਿੱਥੇ ਕਿਸੇ ਨੂੰ ਕੋਈ ਸਮੱਤ ਦੇਣੀ ਹੁੰਦੀ ਸੀ ਉਹ ਮਹਾਂਪੁਰਖਾਂ ਦੇ ਹੱਥ ਦੀਆਂ ਲਿਖੀਆਂ। ਇੱਥੋਂ ਪਤਾ ਚੱਲਦਾ ਹੈ ਕਿ ਮਲੂਕੇ ਵਾਲੇ ਮਹਾਂਪੁਰਸ਼ ਸ਼੍ਰੀ ਰਾਮ ਸਿੰਘ ਜੀ ਮਹਾਰਾਜ ਬਾਬਾ ਜੀ ਕੋਲ ਬਹੁਤ ਸਮਾਂ ਰੁਕਿਆ ਕਰਦੇ ਸੀ, ਬਹੁਤ ਸਮਾਂ ਉੱਥੇ ਚਰਨਾਂ 'ਚ ਸੇਵਾ ਕਰਦੇ ਸੀ ਤੇ ਸੱਚੀ ਪ੍ਰੀਤ ਸੀ ਆਪਣੇ ਗੁਰੂਆਂ ਦੇ ਨਾਲ। ਤਨ ਮਨ ਗੁਰੂਆਂ ਤੋਂ ਕੁਰਬਾਨ ਕੀਤਾ ਹੋਇਆ ਸੀ। ਕਹਿਣ ਲੱਗੇ ਮਹਾਰਾਜ ਬਹੁਤ ਦੇਰ ਤੋਂ ਮੈਂ ਭਗਵਾਨ ਰਾਮ ਜੀ ਦੇ ਦਰਸ਼ਨਾਂ ਦੀ ਜਿਹੜੀ ਭੁੱਖ ਹੈ ਪੁਕਾਰਦਾ, ਪੁਕਾਰ ਮੇਰੀ ਹੈ ਭਗਵਾਨ ਰਾਮ ਜੀ ਦੇ ਦਰਸ਼ਨਾਂ ਦੀ, ਪਰ ਦਰਸ਼ਨ ਗੁਰੂ ਨਾਨਕ ਸਾਹਿਬ ਦੇ ਹੁੰਦੇ ਆਖੋ ਸੀ। ਵਾਹਿਗੁਰੂ ਦਰਸ਼ਨ ਮੰਗਦੇ ਸੀ ਰਾਮ ਜੀ ਦੇ, ਰਾਮ ਭਗਵਾਨ ਜੀ ਦੇ, ਤੇ ਦਰਸ਼ਨ ਜਾਂ ਆਵਾਜ਼ ਆਉਣੀ ਗੁਰੂ ਨਾਨਕ ਦੇਵ ਜੀ ਦੀ ਕਿ ਬਾਬਾ ਜੀ ਇਸ ਦਾ ਕਾਰਨ ਕੀ ਹੈ। ਬਾਬਾ ਜੀ ਕਹਿਣ ਲੱਗੇ ਠੀਕ ਹੈ, ਤੁਹਾਡੇ ਮਨ ਦੀ ਇੱਛਾ ਭਾਵਨਾ ਸ਼੍ਰੀ ਰਾਮ ਭਗਵਾਨ ਜੀ ਤੇ ਨੇ, ਕੁਝ ਬਣੀਆਂ ਹੈ, ਕੋਈ ਪੜ੍ਹ ਕੇ, ਕੁਝ ਸੁਣ ਕੇ, ਕੁਝ ਪਿੱਛੇ ਪਿਤਾ ਪੁਰਖੀ ਉਹਨਾਂ ਵੱਲੋਂ ਜਿਵੇਂ ਪੁਰਾਣੇ ਇਸ ਪਰਿਵਾਰ 'ਚ ਜੁੜਦੇ ਸੀ ਸ਼੍ਰੀ ਰਾਮ ਜੀ ਨਾਲ, ਕੁਝ ਪਿਛਲੇ ਕਰਮ ਤੇ ਸੰਯੋਗ, ਜਿਨ੍ਹਾਂ ਕਰਕੇ ਪਰ ਦਰਸ਼ਨ ਹੁੰਦੇ ਗੁਰੂ ਨਾਨਕ ਸਾਹਿਬ ਜੀ ਦੇ।
ਮੰਗ ਕਰੀ ਦੀ ਰਾਮ ਭਗਵਾਨ ਜੀ ਦੀ। ਧੰਨ ਗੁਰੂ ਨਾਨਕ। ਦਰਸ਼ਨ ਹੁੰਦੇ ਗੁਰੂ ਨਾਨਕ ਦੇਵ ਜੀ। ਆਜੋ ਇੱਥੇ। ਜਨਮਾਂ ਜਨਮਾਂ ਦਾ ਪਿਛਲਾ ਤਪ ਹੁੰਦਾ ਹੈ, ਜਿਹੜੀਆਂ ਇਹ ਸੇਵਾ ਝੋਲੀ 'ਚ ਪ੍ਰਾਪਤ ਹੁੰਦੀਆਂ। ਕਹਿੰਦੇ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਸਮਾਂ, ਕਿਉਂਕਿ ਬਾਬਾ ਜੀ ਉਹੀ ਸਰੂਪ ਸੀ, ਬਾਬਾ ਮਾਹਰ ਨਾਮ ਸੀ। ਇੱਕ ਵਾਰੀ ਪੜ੍ਹ ਲਓ, ਧੰਨ ਗੁਰੂ ਨਾਨਕ ਪਿਆਰਿਆ, ਸਾਨੂੰ ਡੁੱਬਦਿਆਂ ਨੂੰ ਤੂੰ ਹੀ ਤਾਰਿਆ, ਮੇਰੇ ਪ੍ਰਾਣਾਂ ਦਾ ਆਸਰਾ। ਧੰਨ ਗੁਰੂ ਨਾਨਕ ਪਿਆਰਿਆ, ਸਾਨੂੰ ਡੁੱਬਿਆ ਨੂੰ ਤੂੰ ਹੀ ਤਾਰਿਆ, ਮੇਰੇ ਪ੍ਰਾਣਾਂ ਦਾ ਆਸਰਾ ਤੂੰ, ਮੇਰੀ ਜਿੰਦੜੀ ਦਾ ਆਸਰਾ ਤੂੰ। अंदर तू है बाहर तू मेरे रोम रोम विच तू ही तू अंदर तू है बाहर तू है रोम रोम विच तू ही तू रबा मेरे दिल दा
ਨਾਨਕ ਪਿਆਰਿਆ ਸਾਨੂੰ ਡੁੱਬਿਆ ਨੂੰ ਤੂੰ ਹੀ ਤਾਰਿਆ, ਮੇਰੇ ਪ੍ਰਾਣਾਂ ਦਾ ਆਸਰਾ ਤੂੰ, ਮੇਰੀ ਜਿੰਦੜੀ ਦਾ ਆਸਰਾ ਗੁਰੂ ਨਾਨਕ ਸਾਹਿਬ ਨੇ ਸਤ ਸੰਗਤ ਬਣਾਈ। ਇਹਦੇ ਨਾਲ ਜਗ ਨੂੰ ਤਾਰਿਆ। ਆ ਜਿਹੜੀਆਂ ਘੜੀਆਂ ਸਤ ਸੰਗ ਦੀਆਂ ਨੇ, ਗੁਰੂ ਨਾਨਕ ਸਾਹਿਬ ਦੇ ਬਚਨ ਇਹ ਤੁਹਾਡੀਆਂ ਦਰਗਾਹ ਵਿੱਚ ਖਰੀਆਂ ਨੇ। ਉੱਥੇ ਇਹ ਘੜੀਆਂ ਲਿਖੀਆਂ ਹੋਣਗੀਆਂ ਰਜਿਸਟਰ ਤੇ। ਆਖੋ ਵਾਹਿਗੁਰੂ। ਇਹ ਸੱਚੀ ਬਹਿਸ, ਪਵਿੱਤਰਤਾ ਦੀਆਂ ਘੜੀਆਂ, ਕਿਉਂਕਿ ਸੌਦੇਬਾਜ਼ੀ ਨਹੀਂ। ਇਹ ਸੌਦੇਬਾਜ਼ੀ ਨਹੀਂ ਕਿ ਕਿਸੇ ਨੇ ਧਨ ਦੇਣਾ ਹੈ, ਕਿਸੇ ਨੇ ਲੈਣਾ ਹੈ। ਕਿਸੇ ਵੀ ਚੀਜ਼ ਤੇ ਕੋਈ ਕਮਾਈ ਕਰਨੀ, ਕੋਈ ਹਰਿਆ ਬੂਟ ਰਹੋ ਨਹੀਂ। ਕਹਿੰਦੇ ਕਲਯੁਗ ਆਏਗਾ, ਕੋਈ ਹਰਿਆ ਬੂਟਾ ਨਹੀਂ ਰਹੇਗਾ, ਬਾਗ ਉਜੜ ਜਾਣਗੇ। ਕੋਈ ਹਰਿਆ ਬੂਟਾ ਹੋਵੇ ਜਿੱਥੇ ਨਾਮ ਜਪਿਆ ਜਾਵੇ, ਸੌਦੇਬਾਜ਼ੀ ਨਾ ਹੋਵੇ। ਬਹੁਤ ਸਮਾਂ ਲੁੱਟਣ ਵਾਲਿਆਂ ਨੇ ਸੰਸਾਰ ਨੂੰ ਲੁੱਟਿਆ ਹੈ। ਧਰਮ ਦੇ ਨਾਂ ਤੇ ਮੌਲਵੀਆਂ ਨੇ, ਕਾਜ਼ੀਆਂ ਨੇ, ਪੰਡਤਾਂ ਨੇ। ਗੁਰੂ ਨਾਨਕ ਸਾਹਿਬ ਨੇ ਫਿਰ ਕਿਹਾ, ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਲਾ ਲੋ। ਫਰਮਾਨ ਦਾ ਅੰਦਰ ਸ਼ੈਤਾਨ ਬੈਠਾ ਜਾਰੀ ਕਰ ਰਿਹਾ ਹੈ। ਇਹ ਕਾਜੀ ਕੀ ਕਰਨਗੇ ਫੈਸਲੇ? ਇਹ ਬ੍ਰਾਹਮਣ ਕੀ ਬਤੇ ਪਾਸ ਕਰਨਗੇ? ਇਹਨਾਂ ਦੇ ਅੰਦਰ ਸ਼ੈਤਾਨ ਬੈਠਾ ਹੋਇਆ ਫਰਮਾਨ ਜਾਰੀ ਕਰ ਰਿਹਾ। ਮਹਾਂਪੁਰਸ਼ ਜਿੱਥੇ ਇੰਨੀ ਵੱਡੀ ਸੇਵਾ ਮਿਲੀ ਹੈ, ਸੰਤ ਜਸਪ੍ਰੀਤ ਸਿੰਘ ਜੀ ਨੂੰ ਉੱਥੇ ਵਕੀਲ ਵੀ ਨੇ। ਇਹ ਹਰ ਗੱਲ ਨੂੰ ਸਮਝਦੇ ਆ, ਹਰ ਚਾਲੀ ਨੂੰ ਜਾਣਦੇ ਆ। ਮਹਾਂਪੁਰਸ਼ਾਂ ਨੇ ਤਾਂ ਇਹ ਪੜ੍ਹਾਇਆ ਕਿ ਅੱਜ ਕੱਲ੍ਹ ਪੜ੍ਹਿਆ ਲਿਖਿਆ ਵਿਚਾਰਦਾ ਕਿ ਧਰਮ ਚੀਜ਼ ਕੀ ਹੈ। ਸਕੂਲ ਵੀ ਖੋਲ੍ਹਿਆ, ਕਹਿੰਦੇ ਸੀ ਅਸੀਂ ਗੋਲਕਾਂ ਬੰਦ ਕਰਤੀਆਂ। ਮੈਂ ਤਾਂ ਕਿਹਾ ਸੀ ਕੋਈ ਨਹੀਂ ਮਹਾਰਾਜ ਚੱਲਣ ਦਿਓ। ਤੇ ਉੱਥੇ ਬਾਬਾ ਖੇਮ ਸਿੰਘ ਜੀ ਮਹਾਰਾਜ ਨੇ ਆਣ ਕੇ, ਮਹਾਂਪੁਰਖ ਸੱਚ ਦੇ ਵਪਾਰੀ ਜੇ ਸੱਚ ਦੇ, ਆਖੋ ਵਾਹਿਗੁਰੂ। ਮਾਇਆ ਦੇ ਪੁਜਾਰੀ ਨਹੀਂ। ਅੰਦਰ ਚਾਹ ਹੁੰਦਾ ਭਗਤੀ ਦਾ। ਬਹੁਤ ਵੱਡਾ ਸਕੂਲ ਬਣਾਇਆ, ਉਹ ਧਨ ਦੇ ਨਾਲ ਬਣਦਾ, ਗਰਾਈਆਂ ਨਹੀਂ, ਅਪੀਲਾਂ ਨਹੀਂ, ਪਰਚੀਆਂ ਨਹੀਂ। ਇਸ ਸਥਾਨ ਦੀ ਸੇਵਾ ਵੀ ਚੱਲਦੀ। ਮਹਾਂਪੁਰਖਾਂ ਨੇ ਕਿਹਾ ਸੀ ਕੋਈ ਮੁਹਤਾਜੀ ਨਾ ਹੋਵੇ,
ਕਿਰਤ ਵੀ ਕਰੋ ਤੇ ਕਰਤਾਰ ਨੂੰ ਵੀ ਚੇਤੇ ਕਰੋ। ਕਿਰਤ ਕਰਨੀ ਮਾੜੀ ਨਹੀਂ, ਕਿਰਤ ਕਰਨੀ ਬਹੁਤ ਚੰਗੀ ਹੈ। ਜਿੰਨੇ ਸੰਤ ਭਗਤ ਮਹਾਂਪੁਰਸ਼ ਹੋਏ ਆ ਨਾ, ਸਾਰਿਆਂ ਨੇ ਕਿਰਤ ਕੀਤੀ, ਨਾਲ ਨਾਮ ਜਪਿਆ। ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਤ ਸੰਗਤ ਹੈ ਨਾ, ਪਿਛਲੀ ਵਾਰੀ ਵੀ ਅਸੀਂ ਸੰਤਾਂ ਨੂੰ ਮੈਂ ਕਹਿ ਰਿਹਾ ਸੀ ਵੀ ਅਸੀਂ ਦਿਨ ਦਾ ਪ੍ਰੋਗਰਾਮ ਸਾਡੇ ਤੋਂ ਨਹੀਂ ਹੁੰਦਾ, ਰਾਤ ਦਾ ਫਿਰ ਛੱਡੀਦਾ ਨਹੀਂ, ਉਹ ਕਰਨਾ ਹੀ ਕਰਨਾ। ਬਾਬਾ ਜੀ ਆਪੇ ਹੀ ਕਰਾ ਲੈਂਦੇ, ਆਪਦੇ ਡੰਡੇ ਨਾਲ ਵੀ ਕਰਾ ਲੈਂਦੇ ਆ। ਚਲੋ ਸੰਗਤਾਂ ਰਾਤ ਨੂੰ ਸ਼ਬਦ ਪੜ੍ਹਦੀਆਂ, ਕੀਰਤਨ ਕਰਦੀਆਂ, ਕੋਈ ਜੁੜਦਾ ਹੈ, ਕੋਈ ਬੈਠਦਾ ਹੈ, ਕੋਈ ਗਾਉਂਦਾ ਹੈ। ਟੀਵੀ ਚੈਨਲਾਂ 'ਤੇ ਚੱਲ ਰਿਹਾ ਪ੍ਰੋਗਰਾਮ, ਬੜੇ ਲੋਕ ਕਹਿੰਦੇ ਜੀ ਸਾਨੂੰ ਨੀਂਦਰ ਨਹੀਂ ਆਉਂਦੀ ਰਾਤ ਨੂੰ, ਫਿਰ ਅਸੀਂ ਇਹੀ ਚੈਨਲ ਲਾ ਲੈਂਦੇ ਹਾਂ ਪੁੱਛੋ ਸਾਹਿਬ ਦਾ, ਤੇ ਸਾਡਾ ਸਮਾਂ ਸਫਲ ਹੋ ਜਾਂਦਾ ਹੈ। ਜਿਹੜਾ ਸਾਡਾ ਦੁੱਖ ਹੈ ਨਾ ਕਿ ਨੀਂਦਰ ਨਹੀਂ ਆ ਰਹੀ, ਨੀਂਦਰ ਨਹੀਂ ਆ ਰਹੀ, ਨੀਂਦਰ ਨਹੀਂ ਆ ਰਹੀ, ਨੀਂਦਰ ਨਹੀਂ, ਉਹ ਬਿਪਤਾ ਕਹਿੰਦੇ ਸਾਡੀ ਖਤਮ ਹੋ ਗਈ ਕਿ ਅਸੀਂ ਨਾਮ ਜਪ ਰਹੇ ਹਾਂ, ਮਹਾਂਪੁਰਸ਼ਾਂ ਵਾਂਗੂ ਜਾਗ ਕੇ ਨਾਮ ਜਪ ਰਹੇ। ਕਹਿੰਦੇ ਜੀ ਪਹਿਲੋਂ ਅਸੀਂ ਨੀਂਦਰ ਦੀ ਚਿੰਤਾ ਸੀ, ਹੁਣ ਜਦ ਦਾ ਇਹ ਚੈਨਲ ਚੱਲਿਆ ਹੈ, ਇਹ ਸਾਡੀ ਚਿੰਤਾ ਮੁੱਕ ਗਈ ਹੈ। ਸਰੀਰਾਂ ਦੀ ਕਿਰਿਆ ਐਸੀ ਹੋ ਜਾਂਦੀ ਹੈ, ਕਿਸੇ ਹੱਦ ਤੇ ਜਾ ਕੇ ਕਿਸੇ ਨਾ ਕਿਸੇ ਕਾਰਨ ਕਣੀਆਂ ਦੀ ਨੀਂਦਰ ਉੱਡ ਜਾਂਦੀ ਹੈ। ਫਿਰ ਉਹਨਾਂ ਨੂੰ ਇਹ ਦੁੱਖ ਹੋ ਜਾਂਦਾ ਕਿ ਨੀਂਦਰ ਨਹੀਂ ਆਉਂਦੀ, ਨੀਂਦਰ ਨਹੀਂ ਆਉਂਦੀ। ਪਰ ਇਹ ਦੁੱਖ ਖਤਮ ਹੋ ਜਾਂਦਾ ਜਦੋਂ ਬੰਦਾ ਗੁਰੂ ਨਾਲ ਜੁੜ ਜਾਵੇ, ਨਾਮ ਜਪੇ, ਸਿਮਰਨ ਕਰੇ। ਬਾਬਾ ਜੀ ਦਾ, ਬਾਬਾ ਮਹਾਨਾਮ ਸਿੰਘ ਦਾ ਸਥਾਨ ਹੈ, ਉਹਨਾਂ ਦੇ ਸਾਜੇ ਨੂੰ ਅੱਜ ਮਹਾਂਪੁਰਖ ਸਾਰੇ ਸ਼ਾਮਲ ਨੇ। ਇਹ ਸਾਨੂੰ ਟੱਲ ਵਿਸ਼ਵਾਸ ਹੈ ਕਿ ਇਹ ਜਿਹੜੀਆਂ ਘੜੀਆਂ ਨੇ ਇਹ ਉੱਥੇ ਵੀ ਦਰਗਾਹ ਵਿੱਚ ਵੀ ਚੱਲ ਰਹੀਆਂ ਨੇ। ਆਖੋ ਜੀ ਵਾਹ। ਇਹ ਆਪਾਂ ਇਕੱਲਾ ਇੱਥੇ ਨਹੀਂ ਬੈਠੇ, ਜਿੱਥੇ ਮਹਾਂਪੁਰਸ਼ ਸੱਚਖੰਡ ਵਿੱਚ ਬਿਰਾਜੇ ਹੋਏ ਆ ਨਾ, ਆਪਾਂ ਉੱਥੇ ਬੈਠੇ ਆ ਸੰਤਾਂ ਮਹਾਂਪੁਰਖਾਂ ਦੀ ਪੁਰੀ ਦੇ ਵਿੱਚ। ਇਹ ਪੁੱਛੋ ਵਾਲਿਆਂ ਤੋਂ ਵਸਾਈ ਹੋਈ ਰਾਮ ਟਿੱਲੇ ਵਾਲੀ ਮਹਾਂਪੁਰਸ਼ਾਂ ਦੀ ਪੁਰੀ ਹੈ, ਪੁਰੀ। ਇੱਥੋਂ ਦਾ ਧਰਮ ਨਹੀਂ ਨਾਸ ਹੋਏਗਾ। ਕਿਉਂ? ਪਿੱਛੇ ਸ਼ਕਤੀ ਬਹੁਤ ਮਹਾਨ ਖੜੀ ਹੈ। ਟਿੱਲੇ ਵਾਲਿਆਂ ਦੇ ਪਿੱਛੇ, ਰਾਮ ਟਿੱਲੇ ਵਾਲਿਆਂ ਦੇ, ਬਾਬਾ ਆਨੰਦ ਸਿੰਘ ਦੇ ਪਿੱਛੇ ਆਪ ਨਿਰੰਕਾਰ ਖੜਾ ਹੋਇਆ ਹੈ ਬਾਬਾ ਜੀ ਦੇ ਰੂਪ 'ਚ ਆਪ, ਕਿ ਤੁਹਾਡੀ ਇਹ ਹਾਰ ਨਹੀਂ ਹੋਏਗੀ। ਇਹ ਜਿਹੜੇ ਸਥਾਨ ਕਲਯੁਗ 'ਚ ਪ੍ਰਗਟ ਹੋਏ ਆ ਨਾ, ਇਹ ਘੋਰ ਕਲਯੁਗ ਦੇ ਵਿੱਚ ਵੀ ਦੀਵੇ ਜਗਦੇ ਰਹਿਣਗੇ। ਆਖੋ ਜੀ ਵਾਹ। ਇਹ ਸੱਚ ਦੇ ਦੀਵੇ ਬੁੱਝਣਗੇ ਨਹੀਂ। ਆਹ ਸੰਗਤ ਜਿਹੜੀ ਬੈਠੀ ਹੈ, ਬਾਬਾ ਜੀ ਦਾ ਰਾਮ ਟਿੱਲਾ ਜਿਹੜਾ ਹੈ ਨਾ, ਇਹ ਬਾਬਾ ਜੀ ਦੇ ਆਸਣ ਤੇ ਸਰੂਪ ਨਾਲ ਜਾਣਿਆ ਜਾਂਦਾ ਬਹੁਤ ਦੂਰ ਤੱਕ। ਗੁਰਮੁਖਾਂ ਨੇ ਇੱਕ ਸਰੂਪ ਬਣਾਇਆ ਸੀ ਲੁਧਿਆਣੇ ਬਾਬਾ ਕੁੰਦਨ ਸਿੰਘ ਜੀ ਦੇ ਸਮੇਂ।
ਉਹ ਅਸੀਂ ਪੁੱਛੋ ਸਾਹਿਬ ਲੈ ਕੇ ਆਏ ਤੇ ਬਾਬਾ ਜੀ ਜਸਪ੍ਰੀਤ ਸਿੰਘ ਜੀ ਕਹਿਣ ਲੱਗੇ ਕਿ ਜਿਵੇਂ ਤੁਹਾਡੀ ਰਜਾ ਹੈ ਅਸੀਂ ਕਹਿੰਦੇ ਨਹੀਂ ਕੁਝ। ਬਾਬਾ ਜੀ ਦੇ ਉੱਥੇ ਬਚਨ ਨੇ ਸਰੂਪ ਦੇ ਤੇ ਵਡਿਆਈ ਇੱਥੋਂ ਦੀ ਜਿਹੜੀਆਂ ਸੰਗਤਾਂ ਕਹਿੰਦੀਆਂ ਅਸੀਂ ਬਾਬਾ ਜੀ ਦੇ ਸਰੂਪ ਦੇ ਦਰਸ਼ਨ ਕਰਨੇ ਆ, ਉਹ ਸੰਗਤਾਂ ਫਿਰ ਸ਼੍ਰੀ ਆਪਣੇ ਰਾਮ ਟਿੱਲੇ ਪਹੁੰਚ ਕੇ ਬਾਬੇ ਮਾਹਰ ਨਾਮ ਸਿੰਘ ਜੀ ਦੇ ਦਰਸ਼ਨ ਕਰਦੀਆਂ। ਆਖੋ ਸੀ ਵਾਹਿਗੁਰੂ। ਇਹੋ ਜਿਹੀਆਂ ਤਸਵੀਰਾਂ ਬਣ ਸਕਦੀਆਂ, ਇਹ ਨਹੀਂ ਕਿ ਨਹੀਂ ਬਣ ਸਕਦੀਆਂ। ਤਸਵੀਰਾਂ ਬਣਾਉਣੀਆਂ ਕੋਈ ਔਖੀਆਂ ਨਹੀਂ, ਪਰ ਤਸਵੀਰ ਵਿੱਚ ਜਾਨ ਪਾਉਣੀ ਔਖੀ ਹੈ। ਆਖੋ ਸੀ ਵਾਹਿਗੁਰੂ। ਮਹਾਂਪੁਰਖਾਂ ਨੇ ਕਮਾਈ ਦੇ ਨਾਲ ਇਸ ਸਰੂਪ ਦੇ ਵਿੱਚ ਜਾਨ ਪਾਈ। ਬਾਬਾ ਜੀ ਬਿਰਾਜਮਾਨ ਨੇ। ਇਹ ਫੋਟੋ ਕਰਕੇ ਨਹੀਂ ਪੂਜਿਆ ਜਾਂਦਾ, ਇਸ ਸਰੂਪ ਨੂੰ ਜਦੋਂ ਇੱਧਰ ਉੱਧਰ ਬਿਠਾਇਆ ਜਾਂਦਾ ਹੈ ਤੇ ਬਾਬਾ ਬਲਵਿੰਦਰ ਸਿੰਘ ਜੀ ਨੇ ਇਸ ਦੀ ਬਹੁਤ ਮਰਜ਼ਾਦਾ ਜਿਹੜੀ ਹੈ ਪ੍ਰਗਟ ਕੀਤੀ। ਇਹਨੂੰ ਬਾਬਾ ਜੀ ਕਰਕੇ ਹੀ ਲਿਜਾਇਆ ਤੇ ਬਿਠਾਇਆ ਜਾਂਦਾ ਹੈ, ਕਿਉਂਕਿ ਮਹਾਂਪੁਰਖ ਬਾਬਾ ਰਾਮ ਸਿੰਘ ਜੀ ਮਲੂਕੇ ਵਾਲਿਆਂ ਦੀ ਜਿਹੜੀ ਪਾਹੁਣਾ ਸੀ ਨਾ, ਉਹਨਾਂ ਦੀ ਇਹ ਸੀ ਮੈਂ ਨਹੀਂ ਤੂੰ। ਮੇਰੇ ਗੁਰਦੇਵ ਬਾਬਾ ਮਾਹਰ ਨਾਮ ਸਿੰਘ ਜੀ ਮਹਾਰਾਜ ਮੈਂ ਨਹੀਂ, ਰਾਮ ਟਿੱਲੇ ਵੀ ਤੂੰ ਬੈਠ। ਆਖੋ ਸੀ ਉਹਨਾਂ ਦੀ ਇਹ ਭਾਵਨਾ ਸੀ। ਆਪਾਂ ਪੜ੍ਹ ਰਹੇ ਰੱਬਾ ਮੇਰੇ ਦਿਲ ਦਾ ਮਹਿਰਮ ਤੂੰ, ਅੰਤਰ ਤੂੰ ਹੈ ਬਾਹਰ ਤੂੰ, ਰੋਮ ਰੋਮ ਵਿੱਚ ਤੂੰ। ਮਹਾਂਪੁਰਸ਼ਾਂ ਨੇ ਜੇ ਇਹਨਾਂ ਕੋਲ ਕਾਫੀ ਹੈ, ਉਹਨਾਂ ਦੀਆਂ ਦਰਦ ਭਰੀਆਂ ਕਵਿਤਾ ਬਾਬਾ ਜੀ ਕਹਿੰਦੇ ਸੀ, ਬਾਬਾ ਬਲਵਿੰਦਰ ਸਿੰਘ ਜੀ ਬਹੁਤ ਨੇ। ਕਿਵੇਂ ਉਹ ਬਾਬਾ ਜੀ ਨੂੰ ਪੁਕਾਰਦੇ ਤੇ ਯਾਦ ਕਰਦੇ ਆ, ਕਿਵੇਂ ਵਿਛੋੜਾ। ਉਹਨਾਂ ਕਿਹਾ ਤੂੰ ਹੈ ਰੱਬਾ ਮੇਰੇ ਮਹਿਰਮ ਦਿਲ ਦਾ, ਅੰਦਰ ਵੀ ਤੂੰ ਬਾਹਰ ਵੀ ਤੂੰ, ਮੇਰੇ ਰੋਮ ਚ ਵੀ ਤੂੰ, ਰੋਮ ਰੋਮ ਚ ਮੇਰਾ ਮਾਣਾ ਵੀ ਤੂੰ, ਤਾਣਾ ਵੀ ਤੂੰ, ਮੇਰਾ ਸਭ ਕੁਛ ਤੂੰ। ਫਿਰ ਅਖੀਰ ਤੇ ਮਹਾਂਪੁਰਸ਼ ਲਿਖਦੇ ਆ, ਕਹੇ ਹੁਸੈਨ ਫਕੀਰ ਨਮਾਣਾ ਮੈਂ ਨਹੀਂ, ਮੇਰੇ ਮੁਰਸ਼ਦ ਤੂੰ ਹੈ। ਆਖੋ ਸ੍ਰੀ ਵਾਹਿਗੁਰੂ। ਕਹੇ ਹੁਸੈਨ ਫਕੀਰ ਨਮਾਣਾ ਮੈਂ ਨਹੀਂ, ਸਭ ਤੂੰ। ਸਭ ਕੁਛ ਤੇਰਾ। ਉਹ ਬਾਬਾ ਜੀ ਨੂੰ ਬੇਨਤੀ ਕਰਾਂਗੇ ਜ਼ਰੂਰ, ਸ਼ਾਇਦ ਸਿਪਾਹੀਆਂ ਹੋਣ, ਸਿਪਾਹੀਆਂ ਹਾਂਜੀ, ਤੇ ਉਹ ਸਾਰੀਆਂ ਜਿਹੜੀਆਂ ਬਾਬਾ ਜੀ ਦੀਆਂ ਇਹ ਬਾਣੀ ਹੁੰਦੀ ਹੈ, ਮਹਾਂਪੁਰਸ਼ਾਂ ਦੀਆਂ ਯਾਦਾਂ ਹੁੰਦੀਆਂ। ਬਾਬਾ ਖੇਮ ਸਿੰਘ ਜੀ ਨੇ ਬਹੁਤ ਮਿਹਨਤ ਨਾਲ ਸੰਭਾਲ ਕੀਤੀ। ਅਸੀਂ ਵੀ ਕਿਹਾ ਵੀ ਇਹ ਲਿਖਤਾਂ ਬਾਬਾ ਜੀ ਦੀਆਂ ਕਾਗਜ਼ ਨੇ ਹੌਲੀ ਹੌਲੀ ਖਤਮ ਹੋ ਜਾਣਾ, ਅਸੀਂ ਫਿਰ ਸਾਰੀਆਂ ਲਿਖਤਾਂ ਸੇਵ ਕੀਤੀਆਂ ਜਿਹੜੀਆਂ ਪੁੱਛੋ ਦੇ ਵਿੱਚ, ਕਿ ਆਉਣ ਵਾਲੇ ਸਮੇਂ 'ਚ ਇਹ ਉਸ ਸਮੇਂ ਦੀ ਪੂਰੀ ਗਵਾਹੀ ਹੈ। ਜਿਹੜੀ ਤਰੀਕ ਲਿਖੀ ਹੈ, ਸਮਾਂ ਲਿਖਿਆ ਹੈ, ਥਾਂ ਲਿਖੀ ਹੈ ਕਿ ਇੱਥੇ ਆ ਬਚਨ ਹੋਏ। ਇਹ ਜਿਹੜੀਆਂ ਉਸ ਸਮੇਂ ਦੀਆਂ ਹੁੰਦੀਆਂ ਨੇ, ਇਹ ਭੱਟਾਂ ਦੀਆਂ ਪਰਚੀਆਂ ਵੀ ਚੱਲਦੀਆਂ, ਗੁਰੂ ਘਰ 'ਚੋਂ ਸੱਚ ਮੰਨਿਆ ਜਾਂਦਾ। ਇਹ ਸਮੇਂ ਦੀਆਂ ਗਵਾਹੀਆਂ। ਮਲੂਕੇ ਵਾਲਿਆਂ ਨੂੰ ਬਾਬਾ ਮਾਹਰ ਨਾਮ ਸਿੰਘ ਜੀ ਨੇ ਇੱਥੇ ਬਿਠਾਇਆ ਹੈ, ਇਹ ਤੇਰਾ ਰਾਮ ਟਿੱਲਾ ਹੈ। ਉਹਨਾਂ ਕਿਹਾ ਬਾਬਾ ਜੀ ਮੇਰਾ ਰਾਮ ਵੀ ਤੂੰ ਹੈ, ਇਹ ਟਿੱਲਾ ਬਾਬਾ ਜੀ ਤੁਹਾਡਾ ਹੈ। ਆਖੋ ਸੀ ਸੰਗਤਾਂ ਜਦੋਂ ਪੁੱਛੋ ਸਾਹਿਬ ਦਰਸ਼ਨ ਕਰਦੀਆਂ, ਇੱਥੇ ਵੀ ਬਹੁਤ ਪਹੁੰਚਦੀਆਂ ਸਰੂਪ ਦੇ ਦਰਸ਼ਨ ਕਰਨ ਵਾਸਤੇ।
ਇਹ ਬਾਬਾ ਜੀ ਤੋਂ ਦਾਤ ਪ੍ਰਾਪਤ ਕੀਤੀ ਉਹਨਾਂ ਨੇ। ਅੱਜ ਕੱਲ੍ਹ ਦਾ ਬਹੁਤ ਤਰਕਸ਼ੀਲ ਯੁੱਗ ਹੈ, ਅਸੀਂ ਇਹਨਾਂ ਨਾਲ ਪੂਰੇ ਨਹੀਂ ਲੈ ਸਕਦੇ। ਬੜੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦੇ ਆ। ਬੜੇ ਬੜੇ ਮੰਦਰਾਂ ਦੀ ਚਰਚਾ ਚੱਲ ਰਹੀਆਂ ਨੇ, ਪੁਰਾਣੀਆਂ ਕਥਾਵਾਂ ਦੀ, ਕਿ ਇਹ ਦਿਖਾਓ ਭਾਈ, ਸਿੱਧ ਕਰਕੇ ਦਿਖਾਓ। ਤੇ ਇਹ ਇਸ ਸਥਾਨ ਦੀ ਮਹਿਮਾ ਹੈ ਕਿ ਸਰੂਪ ਕਿੰਨੇ ਮਰਜ਼ੀ ਕੋਈ ਤਿਆਰ ਕਰ ਲੈ, ਪਰ ਇਸ ਸਰੂਪ ਵਿੱਚ ਮਹਾਂਪੁਰਖਾਂ ਨੇ ਜਾਨ ਪਾਈ। ਇਹ ਸਰੂਪ ਤਸਵੀਰ ਮੂੰਹੋਂ ਬੋਲਦੀ ਏ ਤੇ ਇਸ ਤਰੀਕੇ ਹੀ ਰੱਖਿਆ ਜਾਂਦਾ ਕਿ ਬਾਬਾ ਜੀ ਆਪ ਨੇ, ਆਖੋ ਸੀ। ਵਾਹਿਗੁਰੂ। ਵਿਸ਼ੇਸ਼ ਕਰਕੇ ਸੇਵਾ, ਵਿਸ਼ੇਸ਼ ਕਰਕੇ ਪ੍ਰਕਾਸ਼ ਦੇਗ ਬਣਾ ਕੇ ਸੰਗਤਾਂ ਦੇ ਦਰਸ਼ਨਾਂ ਲਈ ਸਾਰਾ ਉਪਰਾਲਾ ਕਰਦੇ ਗੁਰਮੁਖ ਪਿਆਰੇ। ਇੱਥੋਂ ਦਾ ਪ੍ਰੋਗਰਾਮ ਦਿਨੇ ਹੀ ਮਨਾਇਆ ਜਾਂਦਾ ਹੈ ਤੇ ਮੈਂ ਕਿਹਾ ਸਾਨੂੰ ਸਮਾਂ ਦਿਨੇ ਨਹੀਂ ਹੁੰਦਾ, ਸੰਗਤ ਨੂੰ ਆਗਿਆ ਵੀ ਦੇਣੀ ਤੇ ਇਹ ਸਮਾਂ ਅਸੀਂ ਰਾਤ ਨੂੰ ਲਾਲਾ ਕਰਾਂਗੇ ਤੇ ਸੰਗਤਾਂ ਬਹਿ ਕੇ ਘੜੀਆਂ ਬਿਤਾ ਲੈਣਗੇ। ਕਿ ਫਿਰ ਆਪ ਸੰਤ ਜਸਪ੍ਰੀਤ ਸਿੰਘ ਜੀ ਉੱਥੇ ਪਹੁੰਚੇ ਹਾਜ਼ਰੀ ਭਰਨ, ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਉੱਥੇ ਦਰਸ਼ਨ ਦਿੱਤੇ ਨੇ। ਤੇ ਨਾਲ ਇਹਨਾਂ ਨੇ ਕਿਹਾ ਵੀ ਇਹ ਸਮਾਂ ਰਾਤ ਦਾ ਪ੍ਰੋਗਰਾਮ ਰੱਖੋ ਜ਼ਰੂਰ। ਇਹ ਜੇ ਨਾ ਵੀ ਕਹਿੰਦੇ ਨਾ, ਅਸੀਂ ਆਪਣੇ ਆਪ ਵੀ ਰੱਖ ਲਈਦਾ। ਆਣ ਕੇ ਸੇਵਾਦਾਰਾਂ ਨੂੰ ਕਹਿੰਦੀਆਂ ਵਿਛਾਓ ਦਰੀਆਂ, ਲਾਓ, ਆਪਾਂ ਉਧਰੋਂ ਹੁਕਮ ਹੋ ਜਾਂਦਾ ਹੈ, ਬਾਬਾ ਜੀ ਦਾ ਹੁਕਮ ਹੋ ਜਾਂਦਾ ਕਿ ਜਿੱਥੇ ਜਾਣਾ ਹੁੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਦੇ ਨਾਲ, ਆਗਿਆ ਨਾਲ। ਇਸ ਕਰਕੇ ਅੱਜ ਜਿਹੜਾ ਰਾਤ ਦਾ 3 ਵਜੇ ਤੀਕ ਪ੍ਰੋਗਰਾਮ ਹੈ, ਇੱਥੇ ਆਪਾਂ ਕਰਕੇ ਫਿਰ ਸੁਖਮਨੀ ਸਾਹਿਬ ਦਾ ਪਾਠ ਸੰਗਤਾਂ ਨੇ 3:30 ਪੁੱਛੋ ਸਾਹਿਬ ਵਿੱਚ ਸ਼ਾਮਲ ਹੋਣਾ ਜਾ ਕੇ। ਇਹ ਘੜੀਆਂ ਜਿਹੜੀਆਂ ਨੇ ਨਾ, ਇਹ ਆਪਾਂ ਨੂੰ ਵੀ ਠੰਡ ਪਾ ਰਹੀਆਂ ਨੇ। ਜੇ ਸੱਚ ਜਾਣਿਓ ਤੇ ਸੰਸਾਰ ਨੂੰ ਠੰਡ ਪਾ ਰਹੀ। ਇਹ ਭਗਤੀ ਇਹੋ ਜਿਹੀ ਗੁਰੂ ਨਾਨਕ ਦੀ, ਮਹਾਰਾਜ ਪ੍ਰਤੱਖ ਬੈਠੇ ਆ। ਇੱਥੇ ਸੌਦੇਬਾਜ਼ੀਆਂ ਨਹੀਂ, ਲੈਣੇ ਦੇਣੇ ਨਹੀਂ, ਕੋਈ ਲੈਂਕੜੀ ਵੀ ਸਾਨੂੰ ਆਹ ਮਿਲੇਗਾ। ਇਹ ਕਲਾ ਕਿੰਨਾ ਦੀ ਹੈ? ਇਹ ਕਲਾ ਉਸ ਮਹਾਂਪੁਰਖ ਦੀ ਹੈ ਜਿਹੜਾ ਆਪ ਛੁਪਿਆ ਹੋਇਆ ਸੀ ਤੇ ਛੁਪੇ ਹੋਏ ਰੁਸਤਮ ਸੀ, ਆਖੋ ਸੀ। ਵਾਹਿਗੁਰੂ। ਰੱਬ ਸੀ। ਬਾਬਾ ਜੀ ਕਹਿੰਦੇ, ਬਾਬਾ ਜੀ ਨੇ ਆਪ ਦਾ ਪੂਰਾ ਦੱਸਿਆ, ਕਹਿੰਦੇ ਅਸੀਂ ਜਾਣ ਕੇ ਕੰਗਲੇ ਬਣ ਕੇ ਆਏ ਆ, ਪਰ ਸਾਡਾ ਅਸਲੀ ਆ ਹੈ ਸਰੂਪ ਲਿਖਤੇ ਸਾਡੇ ਕੋਲ। ਕਹਿੰਦੇ ਅਸੀਂ ਕੰਗਲੇ ਬਣ ਕੇ ਆਏ ਆ, ਬਾਹਰੋਂ ਮਸਤਾਨੇ ਜੇ, ਰੱਬ ਆਇਆ ਹੈ। ਜੱਗ ਨੂੰ ਠਾਰੇਗਾ ਕੌਣ? ਗੁਰੂ ਨਾਨਕ ਬਗੈਰ। ਮਨੁੱਖੀ ਵਾਲੇ ਨੇ ਕਿਹਾ ਸੀ ਜੀ ਮੈਂ ਤਾਂ ਰਾਮ ਭਗਵਾਨ ਨੂੰ ਲੋਚਨਾ ਯਾਦ ਕਰਦਾ ਤੇ ਸਾਹਮਣੇ ਗੁਰੂ ਨਾਨਕ ਆ ਜਾਂਦੇ ਆ। ਬਾਬਾ ਜੀ ਨੇ ਕਿਹਾ ਜੀ ਠੀਕ ਹੈ, ਤੁਹਾਡਾ ਪਿਤਾ ਪੁਰਖੀ ਸਭ ਰਮਾਇਣ ਪੜ੍ਹਨ ਕਰਕੇ ਉਧਰ ਖਿਆਲ ਜੁੜੇ ਹੋਏ ਆ, ਪਰ ਸਮਾਂ ਹੁਣ ਗੁਰੂ ਨਾਨਕ ਦਾ ਹੀ ਹੈ। ਪੜ੍ਹ ਲਓ ਸਾਰੇ। ਇਹ ਗੁਰੂ ਹੁਣ ਵਿੱਚ ਕਲਯੁਗ ਦੇ ਗੁਰੂ ਨਾਨਕ ਬਣ ਕੇ ਆਇਆ। ਪੜ੍ਹ ਜਿਹਨੂੰ ਰਾਮ ਪੜ੍ਹ ਸਕਦਾ। ਹੁਣ ਵਿੱਚ ਕਲਯੁਗ ਦੇ ਗੁਰੂ ਨਾਨਕ ਬਣ ਕੇ ਆਇਆ ਜੀ। ਹੁਣ ਵਿੱਚ ਕਲਯੁਗ ਦੇ ਗੁਰੂ ਨਾਨਕ ਬਣ ਕੇ ਆਇਆ। ਹੁਣ ਵਿੱਚ ਕਲਯੁਗ ਦੇ ਗੁਰੂ ਨਾਨਕ ਬਣ ਕੇ ਆਇਆ। ਹੁਣ ਵਿੱਚ ਕਲਯੁਗ ਦੇ ਗੁਰੂ ਨਾਨਕ ਬਣ ਕੇ ਆਇਆ। ਹੁਣ ਵਿੱਚ ਕਲਯੁਗ ਦੇ ਗੁਰੂ ਨਾਨਕ ਬਣ
ਕਲ ਜੁਗ ਦੇ। ਜਿਨੂੰ ਰਾਮ ਰਾਮ ਜਪਦੀ, ਜਿਨੂੰ ਵਿਸ਼ਨੂੰ ਵਿਸ਼ਨੂੰ ਜਪਦੀ, ਜਿਹਨੂੰ ਕ੍ਰਿਸ਼ਨਾ ਕ੍ਰਿਸ਼ਨਾ ਜਪਦੇ ਹੁਣ ਵਿੱਚ ਕਲ ਜੁਗ ਦੇ। ਗੁਰੂ ਨਾਨਕ ਬਣ ਕੇ ਆਇਆ ਹੁਣ ਵਿੱਚ ਕਲ ਜੁਗ ਦੇ। ਬਾਬਾ ਨਾਨਕ ਬਣ ਕੇ ਆਇਆ ਹੁਣ ਵਿੱਚ ਕਲ ਜੁਗ ਦੇ। ਗੁਰੂ ਨਾਨਕ ਬਣ ਕੇ ਆਇਆ ਹੁਣ ਵਿੱਚ ਕਲ ਜੁਗ ਦੇ। ਰਾਮ ਵਿਸ਼ਨੂੰ ਜਪਦੇ, ਜਿਹਨੂੰ ਰਾਮ ਰਾਮ ਜਪਦੀ, ਜਿਹਨੂੰ ਕ੍ਰਿਸ਼ਨਾ ਕ੍ਰਿਸ਼ਨਾ ਜਪਦੇ ਹੁਣ ਵਿੱਚ ਕਲ ਜੁਗ ਦੇ। ਗੁਰੂ ਨਾਨਕ ਬਣ ਕੇ ਆਇਆ ਹੁਣ ਵਿੱਚ ਕਲ ਜੁਗ ਦੇ। ਗੁਰੂ ਨਾਨਕ ਬਣ ਕੇ ਆਇਆ ਹੁਣ ਵਿੱਚ ਕਲ ਜੁਗ ਦੇ। ਵਿਸ਼ਨੂੰ ਵਿਸ਼ਨੂੰ ਜਪਦੀ, ਜਿਹਨੂੰ ਰਾਮ ਰਾਮ ਜਪਦੀ, ਜਿਹਨੂੰ ਕ੍ਰਿਸ਼ਨਾ ਕ੍ਰਿਸ਼ਨਾ ਜਪਦੀ ਹੁਣ ਵਿੱਚ ਕਲ ਜੁਗ ਦੇ। ਗੁਰੂ ਨਾਨਕ ਬਣ ਕੇ ਆਇਆ ਹੁਣ ਵਿੱਚ ਕਲ ਜੁਗ ਦੇ। ਗੁਰੂ ਨਾਨਕ ਬਣ ਕੇ ਆਇਆ ਹੁਣ ਵਿੱਚ ਕਲ ਜੁਗ ਦੇ। ਜਿਹਨੂੰ ਵਿਸ਼ਨੂੰ ਵਿਸ਼ਨੂੰ ਜਪਦੀ, ਜਿਹਨੂੰ ਰਾਮ ਰਾਮ ਜਪਦੀ, ਜਿਹਨੂੰ ਕ੍ਰਿਸ਼ਨਾ ਕ੍ਰਿਸ਼ਨਾ ਜਪਦੀ ਹੁਣ ਵਿੱਚ ਕਲ ਜੁਗ ਦੇ। ਗੁਰੂ ਨਾਨਕ ਬਣ ਕੇ ਆਇਆ ਹੁਣ ਵਿੱਚ ਕਲ ਜੁਗ ਦੇ। ਗੁਰੂ ਨਾਨਕ ਬਣ ਕੇ ਆਇਆ ਸਮਾਂ ਹੈ ਕਲਯੁਗ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹੈ? ਇਹ ਗੁਰੂ ਨਾਨਕ ਹੈ। ਜਿਹੜੀ ਮਰਜ਼ੀ ਪੱਖੋਂ ਵੇਖ ਲੋ, ਅੱਜ ਯੁੱਗ ਹੈ ਇਸ ਚੀਜ਼ ਦਾ। ਗੁਰੂ ਸਾਹਿਬ ਨੇ ਪਹਿਲੋਂ ਹੀ 400-500 ਸਾਲ ਪਹਿਲੋਂ ਹੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਇਸ ਸ਼ਰ੍ਹਾ ਦੇ ਸੰਗਲ ਤੋੜੇ ਸੀ, ਵੱਟਾਂ ਤੋੜੀਆਂ ਸੀ ਧਰਮਾਂ ਦੀਆਂ, ਕਿ ਆਉਣ ਵਾਲਾ ਸਮੇਂ 'ਚ ਇਹਦੀ ਕੀਮਤ ਨਹੀਂ ਪੈਣੀ। ਪੈ ਗਈ ਜਿੱਥੇ ਰਾਮ ਵੀ, ਜਿੱਥੇ ਕ੍ਰਿਸ਼ਨ ਵੀ, ਜਿੱਥੇ ਸਾਰੇ ਵੇਦ ਸ਼ਾਸਤਰ ਬੈਠੇ ਆ। ਇਹ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰੂਆਂ ਦੀ ਦੇ। ਸਾਰੇ ਭਗਵਾਨ ਕ੍ਰਿਸ਼ਨ ਨੂੰ ਮੰਨਣ ਵਾਲੇ ਭਗਤ, ਖੁਦਾ ਨਵਾਜ਼ ਪੜ੍ਹਨ ਵਾਲੇ ਮਹਾਂਪੁਰਸ਼, ਉਹਨਾਂ ਨੇ ਕਿਹਾ ਫਕੀਰ ਨਾ ਹਿੰਦੂ ਨਾ ਮੁਸਲਮਾਨ। ਕਹਿੰਦੇ ਫਕੀਰ ਕੌਣ? ਕਹਿੰਦੇ ਨਾ ਹਿੰਦੂ ਨਾ ਮੁਸਲਮਾਨ। ਬਾਬੇ ਨਾਨਕ ਨੂੰ ਪੁੱਛਿਆ ਕੌਣ ਫਕੀਰ, ਕਿਸਕਾ ਘਰਾਣਾ? ਵੀ ਦੱਸੋ ਤੁਸੀਂ ਕਿਹੜੇ ਫਕੀਰ ਜੇ, ਤੁਹਾਡਾ ਘਰਾਣਾ ਕੀ ਹੈ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਕਲ ਵਿੱਚ ਆਇਆ, ਮੇਰੀ ਇੱਕੋ ਪਛਾਣ, ਮੈਂ ਰੱਬ ਦਾ ਫਕੀਰ ਹਾਂ। ਕਹਿੰਦੇ ਤੁਸੀਂ ਕਿਹੜੇ ਫਕੀਰ ਜੇ, ਕਿਹੜੇ ਭੇਖ ਦੇ? ਕਹਿੰਦੇ ਮੈਂ ਰੱਬ ਦਾ ਫਕੀਰ ਹਾਂ। ਘਰਾਣਾ ਮੇਰਾ, ਕਹਿੰਦਾ ਸਾਰਾ ਸੰਸਾਰ ਮੇਰਾ ਘਰਾਣਾ ਹੈ। ਜਿੱਥੇ ਤੁਸੀਂ ਜੰਮੇ ਜੀ ਉੱਥੇ ਮੈਂ ਜੰਮਿਆ, ਉੱਥੇ ਹੀ ਉਸ ਘਰਾਣੇ 'ਚ ਮੇਰਾ ਜਨਮ ਹੈ। ਸੰਸਾਰ ਇੱਕ ਦੀ ਅੰਸ਼ ਵੰਸ਼ ਹੈ। ਸਾਰੇ ਲਾਭ ਜਵਾਬ ਹੋ ਗਏ ਗੁਰੂ ਨਾਨਕ ਦੇ ਜਵਾਬ ਤੇ। ਕੌਣ ਫਕੀਰ, ਕਿਸਕਾ ਘਰਾਣਾ? ਕਹਿੰਦੇ ਰੱਬ ਫਕੀਰ। ਮੇਰੀ ਇਹੀ ਪਹਿਚਾਣ ਹੈ। ਨਾਨਕ ਕਾਲ ਵਿੱਚ ਆਇਆ, ਰੱਬ ਫਕੀਰ ਇੱਕ ਪਹਿਚਾਨਾ, ਧਰਤ ਆਕਾਸ਼ ਚੌਂ ਦਿਸ ਜਾਣਾ। ਜਿਹੜਾ ਮੇਰਾ ਘਰਾਣਾ ਹੈ, ਧਰਤੀ ਆਕਾਸ਼ ਚਾਰੇ ਦਿਸ਼ੇ ਮੇਰਾ ਹੀ ਘਰਾਣਾ ਹੈ। ਗੁਰੂ ਨਾਨਕ ਸਾਹਿਬ ਦੇ ਬੋਲ, ਗੁਰੂ ਨਾਨਕ ਸਾਹਿਬ ਦੀ ਬਾਣੀ, ਜਦੋਂ ਦੁਨੀਆ ਦੀ ਅੱਖ ਖੋਲ੍ਹੇਗੀ ਉਦੋਂ ਸਮਝ ਪਏਗੀ। ਜੇ ਧਰਮਾਂ ਨੇ ਅੱਖਾਂ ਬੰਦ ਹੀ ਰੱਖੀਆਂ ਫਿਰ ਤਾਂ ਕੀ ਕਹਿਣਾ ਹੈ। ਪਰ ਜਦੋਂ ਕਿਸੇ ਦੀਆਂ ਅੱਖਾਂ ਖੁੱਲ੍ਹਣਗੀਆਂ ਨਾ, ਉਸ ਸਮੇਂ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਵਾਏਗਾ ਸੰਸਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਪ੍ਰਵਾਹ ਚੱਲਦੇ ਆ।
ਕੀਰਤਨ ਕਥਾ ਹੁੰਦਾ ਹੈ। ਇਸ ਸਥਾਨ ਤੇ ਸੰਗਤਾਂ ਨਾਮ ਜਪਦੀਆਂ ਪਰ ਜੁੜਦੀਆਂ ਨੇ ਗੁਰੂ ਦੇ ਨਾਲ। ਗੁਰੂ ਨਾਨਕ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਐਸੇ ਗੁਰੂ ਹੈ, ਜੇ ਕੋਈ ਵੱਖਰਾ ਧਰਮ ਪੈਦਾ ਕੀਤਾ ਹੁੰਦਾ ਨਾ ਤੇ ਇੱਥੇ ਹਜ਼ਾਰਾਂ ਲੱਖਾਂ ਵਾਰੀ ਰਾਮ ਰਾਮ ਨਾ ਲਿਖਦੇ ਗੁਰੂ ਗ੍ਰੰਥ ਸਾਹਿਬ ਜੀ, ਹਰੀ ਹਰੀ ਨਾ ਲਿਖਦੇ ਕਿ ਇਹ ਤਾਂ ਹਿੰਦੂਆਂ ਦਾ ਹੈ। ਉਹਨਾਂ ਕਿਹਾ ਨਹੀਂ, ਇਹ ਪਰਮਾਤਮਾ ਦਾ ਨਾਮ ਹੈ, ਇਹ ਕਿਸੇ ਦਾ ਨਹੀਂ। ਇਹ ਰਾਮ ਹਰੀ ਪਰਮਾਤਮਾ ਪਰਮੇਸ਼ਰ ਦਾ ਨਾਮ ਹੈ। ਐਸੇ ਇੱਕ 15-16 ਮਹਾਂਪੁਰਸ਼ ਸੀ ਜਿਨ੍ਹਾਂ ਨੂੰ ਰੱਬ ਦੀ ਲਿਖ ਲੱਗ ਗਈ ਵੀ ਪੜ੍ਹੇ, ਵਿਦਿਆ ਪੜ੍ਹੀ, ਬਹੁਤ ਬੇਸ਼ਾਸਤਰ ਪੜ੍ਹੇ। ਕਹਿੰਦੇ ਵੀ ਇਹਨਾਂ ਵਿੱਚ ਰੱਬ ਨਹੀਂ ਬੈਠਾ ਵੇਦਾਂ ਸ਼ਾਸਤਰਾਂ 'ਚ, ਇਹ ਗਿਆਨ ਹੈ। ਰੱਬ ਨੂੰ ਲੱਭੋ ਕਿੱਥੇ ਆ, ਰਾਮ ਕਿੱਥੇ ਆ, ਕ੍ਰਿਸ਼ਨ ਕਿੱਥੇ ਆ, ਵਿਸ਼ਨੂੰ ਕਹਿੰਦੇ ਸੰਸਾਰ 'ਚ ਹੀ ਨੇ। ਉਹ ਆਪ ਸੰਸਾਰ ਵਿੱਚ ਦੇਖੋ, ਸਾਰੇ ਡੇਰਿਆਂ 'ਚ ਸਾਰੀਆਂ ਥਾਵਾਂ 'ਤੇ ਉਹ ਭੱਟ ਜਿਹੜੇ ਸੀ ਨਾ, ਵੇਦ ਸ਼ਾਸਤਰ ਪੜ੍ਹੇ ਹੋਏ, ਪੜ੍ਹਨ ਤੋਂ ਬਾਅਦ ਉਹਨਾਂ ਨੂੰ ਭਗਵਾਨ ਨੂੰ ਲੱਭਣ ਦੀ ਵੀ ਸਾਖਸ਼ਾਤ ਕਿੱਥੇ ਬੈਠਾ ਹੈ, ਉਹ ਫਿਰ ਉਹਨਾਂ ਨੇ ਆਪਣਾ ਲਿਖਿਆ ਹੈ ਸਾਰਾ। ਬਰਸ ਏਕ ਹਉ ਫਿਰਿਓ, ਸਾਲ ਕਹਿੰਦੇ ਅਸੀਂ ਪੂਰਾ ਸਾਲ ਸਾਰੀਆਂ ਖਾਸ ਖਾਸ ਥਾਵਾਂ 'ਤੇ ਗਏ। ਰਹੋ ਸੰਤ ਹੋਣ ਟੋਲ, ਸਾਧ ਬਹੁ ਤੇਰੇ ਡਿੱਠੇ। ਉਹਨਾਂ ਨੇ ਵੇਦ ਸ਼ਾਸਤਰ ਪੁਰਾਣ ਪੜ੍ਹੇ ਵੀ ਪਰਮਾਤਮਾ ਦਾ ਰੂਪ ਮਹਾਂਪੁਰਖ ਦੇ ਵਿੱਚ। ਦੇਖੋ ਕਿ ਰਾਮ ਕ੍ਰਿਸ਼ਨ ਆਪ ਪਰਮੇਸ਼ਰ ਕਿਹੜੇ ਰੂਪ 'ਚ, ਉਹ ਫਿਰ ਇਹਦੇ 'ਚ ਸਾਰਾ ਉਹਨਾਂ ਨੇ ਲਿਖਿਆ। ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿੱਠੇ। ਬੜੇ ਸੰਤ ਦੇਖੇ, ਬੜੇ ਸਾਧੂ ਦੇਖੇ ਵੀ ਇਹ ਰੱਬ ਦਾ ਰੂਪ ਹੈ, ਇਹ ਪਰਮੇਸ਼ਰ ਦਾ ਰੂਪ ਹੈ, ਜਿਹੜਾ ਹੋਏਗਾ ਬੋਲ ਪਏਗਾ। ਮੱਖਣ ਸ਼ਾਹ ਲਵਾਣੇ ਨੇ ਅਰਦਾਸ ਕੀਤੀ ਸਮੁੰਦਰ 'ਚ ਵੀ ਗੁਰੂ ਨਾਨਕ ਤੇਰੀ ਗੱਦੀ ਚੱਲ ਰਹੀ ਹੈ, ਪਰ ਮੈਨੂੰ ਪਤਾ ਨਹੀਂ ਹੁਣ ਕੌਣ ਹੈ ਗੱਦੀ 'ਤੇ। ਪਹਿਲੇ ਗੁਰੂਆਂ ਦੇ ਦਰਸ਼ਨ ਕਰ ਗਿਆ ਸੀ, ਪਰ ਮੈਨੂੰ ਇਹ ਪਤਾ ਤੂੰ ਜ਼ਰੂਰ ਹੈਗਾ ਹੈ, ਜਿੱਥੇ ਵੀ ਹੈ ਆਣ ਕੇ ਮੇਰਾ ਬੇੜਾ ਬੰਨੇਗਾ। ਉਹਦਾ ਬੇੜਾ ਬੰਨਣ ਲੱਗ ਗਿਆ। ਉਹਨੇ 500 ਮੋਹਰ ਸੁੱਖੀ ਸੀ ਲੈ ਕੇ ਤੁਰ ਪਿਆ। ਬੜਾ ਤਗੜਾ ਵਪਾਰੀ ਸੀ। ਪਤਾ ਲੱਗਿਆ ਗੁਰੂ ਬਾਬਾ ਬਕਾਲੇ, ਬਾਬੇ ਬਕਾਲੇ ਗੁਰੂ 8ਵੇਂ ਪਾਤਸ਼ਾਹ ਦੇ ਬੋਲ ਸੀ, ਗੁਰੂ ਬਾਬਾ ਬਕਾਲੇ। ਉੱਥੇ ਕਈ ਬਾਬੇ ਬਣ ਗਏ, ਸਾਰੇ ਜਾਣ ਬਾਬੇ ਬਕਾਲੇ। ਉੱਥੇ 22 ਮੰਜੀਆਂ ਲੱਗੀਆਂ ਸੀ। ਇਹਨੇ ਕਿਹਾ ਵੀ ਜਿਹੜਾ ਨਾਨਕ ਹੋਏਗਾ ਨਾ ਆਪੇ ਹੀ ਬੋਲੇਗਾ। ਮੱਖਣ ਸ਼ਾਹ ਲਵਾਣੇ ਨੇ ਕਿਹਾ ਹੁਣ ਮੈਂ ਇਹਨਾਂ 'ਚ ਕਿੰਦਾ ਮੰਨਾਂ। ਉਹਨੇ ਕਿਹਾ ਜੀ ਆਹ ਬਹੁਤ ਵੱਡੇ ਸੰਤ ਨੇ, ਆਹ ਬਹੁਤ ਵੱਡੇ ਕਮਾਏ, ਆਹ ਕਹਿੰਦੇ ਧੀਰ ਮਲ ਤਾਂ ਪੂਰਾ ਹੀ ਹੈ, ਇਹਦੇ ਕੋਲ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਅਰਜਨ ਸਾਹਿਬ ਨੇ ਜਿਹੜੇ ਲਿਖੇ ਸੀ, ਉਹਦੀ ਥੋੜ੍ਹੀ ਜ਼ਿਆਦਾ ਚੱਲ ਰਹੀ ਸੀ। ਉਹਨੇ ਕਿਹਾ ਜੇ ਗੁਰੂ ਨਾਨਕ ਹੋਏਗਾ ਬੋਲੇਗਾ। 5 ਮੋਹਰਾਂ ਰੱਖੀਆਂ, ਪਰ ਬੋਲੀ ਨਾ ਮਿਲੀ ਗੁਰੂ ਨਾਨਕ ਨਾਲ। 5-5 ਸਾਰੇ ਪਾਸੇ ਰੱਖੀਆਂ। ਫਿਰ ਪੁੱਛਿਆ ਵੀ ਕੋਈ ਬੋਲਿਆ ਹੀ ਨਹੀਂ। ਕਹਿੰਦੇ ਇਹ ਤਾਂ ਮਤਲਬ ਵੀ ਗੁਰੂ ਨਾਨਕ ਇੱਥੇ ਹੈ ਨਹੀਂ। ਹੈ ਤਾਂ ਜ਼ਰੂਰ, ਕੋਈ ਹੋਰ ਵੀ ਹੈ। ਕਹਿੰਦੇ ਇੱਕ ਹੈ ਮਸਤਾਨਾ, ਉਹ ਭੋਰੇ 'ਚ ਵੜਿਆ ਹੋਇਆ, ਉੱਥੇ ਹੀ ਰਹਿੰਦਾ। ਉਹ ਤਾਂ ਉਹਨੇ ਕਿਹਾ ਵੀ ਚੱਲੋ ਉੱਥੇ ਵੀ। ਬਾਹਰ ਮਾਤਾ ਗੁਜਰੀ ਤੇ ਬੇਬੇ ਨਾਨਕੀ, ਮਾਤਾ ਨਾਨਕੀ ਗੁਰੂ ਸਾਹਿਬ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਤੇ ਗੁਜਰੀ, ਉਹ ਬੈਠੀਆਂ ਸੀ। ਉਹਨਾਂ ਨੂੰ ਕਿਹਾ ਜੀ ਮੈਨੂੰ ਦਰਸ਼ਨ ਕਰਾਓ। ਕਹਿੰਦੇ ਬੋਲਦੇ ਹੀ ਨਹੀਂ, ਕਿਸੇ ਨਾਲ ਗੱਲਬਾਤ ਕਰਦੇ ਨਹੀਂ। ਕਹਿੰਦੇ ਜੀ ਮੱਖਣ ਸ਼ਾਹ ਬਲਵਾਣਾ ਕਹਿੰਦਾ ਜੀ
ਜ਼ਰੂਰ ਬੋਲਣਗੇ। ਜੇ ਗੁਰੂ ਨਾਨਕ ਹੋਇਆ ਤੇ ਬੋਲੇਗਾ। 5 ਮੋਹਰਾਂ ਜਾ ਕੇ ਰੱਖੀਆਂ ਤੇ ਗੁਰੂ ਤੇਗ ਬਹਾਦਰ ਕਹਿਣ ਲੱਗੇ, ਸ਼ਾਹ ਜੀ ਕਈਆਂ ਦਾ ਤੁਸੀਂ 500 ਸੀ, ਲਿਆਏ ਜੇ ਤੁਸੀਂ 5 ਬੋਲ ਪਏ ਨਾ ਗੁਰੂ ਨਾਨਕ, ਕਈਆਂ ਦਾ 500 ਸੀ। ਸਾਡਾ ਤਾਂ ਮੋਢੇ ਦਾ ਜ਼ਖਮ ਨਹੀਂ ਅਜੇ ਠੀਕ ਹੋਇਆ, ਆਖੋ ਸੀ ਵਾਹ ਜਿਹੜਾ ਤੇਰੇ ਜਹਾਜ਼ ਦੇ ਥੱਲੇ ਮੋਢਾ ਲਾਇਆ ਡੁੱਬਦੇ ਦੇ, ਅਜੇ ਤਾਂ ਉਹ ਮੋਢੇ ਵਾਲਾ ਠੀਕ ਨਹੀਂ ਹੋਇਆ। ਬਸ ਪਤਾ ਲੱਗ ਗਿਆ ਇਹੀ ਗੁਰੂ ਨਾਨਕ ਹੈ, ਆਖੋ ਵਾਹ। ਤੇ ਪੱਲੂ ਲੈ ਕੇ ਨਾ ਗੁਰੂ ਸਾਹਿਬ ਨੇ ਬਹੁਤ ਰੋਕਿਆ, ਕਿਸੇ ਨੂੰ ਦੱਸੀ ਨਾ, ਕਿਸੇ ਨਾਲ ਗੱਲ ਨਾ ਕਰੀ, ਸਾਡੀ ਮਾਰ ਪਏਗੀ ਤੈਨੂੰ ਜੇ ਸਾਡਾ ਭੇਦ ਖੋਲ੍ਹੇ। ਕਹਿੰਦੇ ਜੀ ਮੈਨੂੰ ਲੱਖ ਮਾਰਾਂ ਪੈ ਜਾਣ ਪਰ ਮੈਂ ਭੇਦ ਖੋਲਾਂਗਾ। ਫਿਰ ਪੱਲੂ ਘੁਮਾਤਾ ਕੋਠੇ ਤੇ ਚੜ੍ਹ ਕੇ ਉੱਚੇ, ਦੁਨੀਆ ਦੇਖ ਲਓ ਗੁਰੂ ਨਾਨਕ ਇੱਥੇ ਬੈਠਾ ਜੀ, ਆਖੋ ਵਾਹ। ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਆਪ ਗੁਰੂ ਨਾਨਕ ਹੋਇਆ ਤੇ ਜ਼ਰੂਰ ਬੋਲ ਪਏਗਾ। ਇਹ ਸ਼ਕਤੀਆਂ ਨੇ ਉਹਨਾਂ ਦੀਆਂ। ਮਲੂਕੇ ਵਾਲਿਆਂ ਨੇ ਵੀ ਪਹਿਲੋਂ ਪ੍ਰੀਖਿਆ ਕੀਤੀ ਨਾ, ਤੇ ਫਿਰ ਬਾਬਾ ਜੀ ਜਾਣੀ ਜਾਣ ਸੀ, ਸਾਰੀਆਂ ਗੱਲਾਂ ਖੋਲ੍ਹਤੀਆਂ। ਬਸ ਫਿਰ ਮੁਰਸ਼ਦ ਅੱਗੇ ਤਨ ਮਨ ਵਿਖ ਗਿਆ। ਇਹ ਹੁਣ ਟੋਲਦੇ ਰਹੋ ਸੰਤੋਂ ਟੋਲ, ਸਾਧ ਬੋ ਤੇਰੇ ਡਿੱਠੇ। ਵੀ ਕੋਈ ਸਾਧ ਤਾਂ ਹੋਏਗਾ ਰੱਬ ਦਾ ਰੂਪ, ਸਾਰੇ ਵੇਖੇ, ਕੋਈ ਤਸੱਲੀ ਨਾ ਆਈ ਅੱਗੇ। ਸੁਨਿਆ ਸੀ ਤਪਸੀ ਹੈ ਮੁਖੋ ਇਹ ਪੰਡਤ ਮਿੱਠੇ। ਬੜੇ ਬੜੇ ਪੰਡਤ ਬੜਾ ਮਿੱਠਾ ਬੋਲਦੇ ਆ, ਮੋਹ ਹੀ ਲੈਂਦੇ ਆ। ਸੰਨਿਆਸੀ ਬੜੇ ਵੇਖੇ ਜਿਨ੍ਹਾਂ ਨੇ ਸੰਨਿਆਸ ਧਾਰਿਆ, ਤਪਸਵੀ ਬੜੇ ਵੇਖੇ, ਪਰ ਗੱਲ ਨਹੀਂ ਬਣੀ। ਬਰਸ ਏਕ ਹੋ ਫਿਰੋ ਕਿਨੇ ਨਹੁ ਪਰਚੋ ਲਾਇਓ। ਸਾਲ ਫੇਰਦੇ ਰਹੇ, ਸਾਡੇ ਮਨ ਦੀ ਕਿਸੇ ਨੇ ਕੋਈ ਤਸੱਲੀ ਨਹੀਂ ਕਰਾ ਸਕਿਆ, ਸਾਡੇ ਮਨ ਨੂੰ ਨਹੀਂ ਫੜ ਸਕਿਆ। कहते हैं कहती सुनी की रहत को खुशी न आए। ਕਹਿੰਦੇ ਕਹਿਣ ਵਿੱਚ ਤਾਂ ਬੜਾ ਕੁਝ ਸੁਣਦੇ ਰਹੇ ਆ ਜੀ, ਇੰਨੇ ਪੂਰੇ, ਇੰਨੇ ਵੱਡੇ, ਇੰਨੇ ਕਮਾਈਆਂ ਵਾਲੇ, ਇੰਨੇ ਉੱਚੀ ਕੁੱਲ ਵਾਲੇ, ਪਰ ਜਦੋਂ ਅਸੀਂ ਰਹਿ ਜਾ ਕੇ ਸਾਨੂੰ ਖੁਸ਼ੀ ਨਹੀਂ ਮਿਲੀ। ਕਹਿਤ ਸੁਣੀ ਉਹਨਾਂ ਦੀ ਪਰ ਰਹਿਤ ਨਹੀਂ ਦੇਖੀ ਅਸੀਂ। ਉਹ ਕੋਈ ਰਹਿਤ ਕੋ ਖੁਸ਼ੀ ਨਾ ਆਇਓ, ਰਹਿ ਕੇ ਫਿਰ ਸਾਨੂੰ ਖੁਸ਼ੀ ਨਹੀਂ ਮਿਲੀ। हर नाम छोड़ दूजे लगे तिनके गुण हो क्या कहो। ਕਹਿੰਦੇ ਉਹਨਾਂ ਰੱਬ ਦਾ ਨਾਮ ਛੋੜ ਕੇ ਦੂਜੀਆਂ ਗੱਲਾਂ 'ਚ ਲੱਗੇ ਹੋਏ ਆ, ਬਣਾਵਟ 'ਚ। ਉਹਨਾਂ ਨੇ ਆਪਣੇ ਆਪ ਦੀ ਚੀਜ਼ ਬਣਾਈ ਹੋਈ ਹੈ। ਹਰੀ ਦਾ ਨਾਮ ਨਹੀਂ ਸੀ ਉਹਨਾਂ ਕੋਲ, ਉਹ ਛੱਡ ਕੇ ਦੂਜੇ ਲੱਗੇ। ਹੁਣ ਉਹਨਾਂ ਦੀ ਗੱਲਾਂ ਕੀ ਕਰਨੀਆਂ ਨੇ। गुरदे मिलायो पिखिया जिव तू रखे दिव रहो। ਹੁਣ ਸਾਡੀ ਤਸੱਲੀ ਹੋ ਗਈ ਗੁਰੂ ਅਰਜਨ ਸਾਹਿਬ ਕੋਲ, ਸਾਨੂੰ ਮਿਲ ਗਿਆ ਗੁਰੂ, ਜਿਵੇਂ ਰੱਖੇਗਾ ਉਵੇਂ ਹੀ ਰਹਾਂਗੇ। ਫਿਰ ਉਹਨਾਂ ਨੇ ਕਮਾਲਾਂ ਕਰਤੀਆਂ ਸਵਈਆਂ ਵਿੱਚ ਭੱਟਾਂ ਨੇ ਕਿ ਗੁਰੂ ਨਾਨਕ ਤੂੰ ਕੌਣ ਹੈ, ਗੁਰੂ ਅੰਗਦ ਸਾਹਿਬ ਤੂੰ ਕੌਣ ਹੈ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਪ੍ਰਤੱਖ ਹਰ। ਐਸੇ ਬੋਲ ਸੀ ਉਹਨਾਂ ਦੇ ਅੰਦਰੋਂ ਨਿਕਲੇ ਹੋਏ। ਤੇ ਉਸ ਸਮੇਂ ਫਿਰ ਉਹ ਬੋਲ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਗਏ, ਉਹਨਾਂ ਦੇ ਬੋਲੇ ਹੋਏ ਬੋਲ कि आप नारायण कला धार जग में परवरे। हो आप निरंकार बैठा है, आप हरि प्रतख बैठा है। गुरु अंगद साहब दियां वडियाइयां, गुरु अर्जन साहब जी उन्होंने बिल्कुल प्रगट प्रतख वेख लिया। परमात्मा के दर्शन हो गए, मन बन गया ते चरना दे अगे टै पे। ये है गुरु नानक साहब का घर, जिथे निरंकार वसदा है, रब वसदा है। समा आएगा, ठीक है, दुनिया बोलने वाले बोलते आ जी ये डेरा रूमी वाला है, या फलाना डेरा जी, या राम टिल्ला जी, नदिया मर्यादा जी, नदिया। दुनिया जो मर्जी कहे, पर जदों सच प्रगट होएगा ना
ਕਿਸੇ ਅਵਸਰ ਨੂੰ ਕਿਸੇ ਨੇ ਕਿਹਾ ਵੀ ਚੱਲ ਤੈਨੂੰ ਦਰਸ਼ਨ ਕਰਾ ਕੇ ਲਿਆਈਏ ਰੂਮੀ ਵਾਲੇ ਡੇਰੇ ਦੇ। ਉਹ ਕਹਿੰਦਾ ਮੈਂ ਡੇਰਿਆਂ ਡੂਰਿਆਂ 'ਚ ਨਹੀਂ ਜਾਂਦਾ, ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ, ਹਰਿਮੰਦਰ ਸਾਹਿਬ ਜਾਂ ਗੁਰੂ ਸਾਹਿਬ ਦੇ ਸਥਾਨਾਂ, ਮੈਂ ਡੇਰਿਆਂ ਡੂਰਿਆਂ ਦੇ ਵਾਲੇ ਵੀ ਹੁੰਦੇ ਆ। ਉਹ ਕਹਿੰਦੇ ਨਾ ਹੀ ਡੇਰਾ ਏ, ਅੰਦਰ ਜਾ ਕੇ ਵੇਖ ਗੁਰੂ ਨਾਨਕ ਦਾ ਘਰ ਏ। ਉਹ ਫਿਰ ਅਫਸਰ ਸਾਡੇ ਕੋਲ ਆਇਆ, ਫਿਰ ਉਹਨੇ ਆਪ ਮੰਨਿਆ ਜੀ। ਮੈਂ ਨਹੀਂ ਮੰਨਦਾ ਸੀ, ਪਰ ਜਦੋਂ ਮੈਂ ਇੱਥੇ ਆਣ ਕੇ ਵੇਖਿਆ ਕਿ ਇਹ ਜੋ ਕੁਝ ਇੱਥੇ ਨਾਮ ਜਪਿਆ ਜਾ ਰਿਹਾ, ਜੋ ਇੱਥੇ ਸੱਚ ਹੈ, ਜੋ ਇੱਥੇ ਪਰਮੇਸ਼ਰ ਦਾ ਵਰਤ ਰਿਹਾ ਹੈ, ਕਹਿੰਦੇ ਮੈਂ ਨਹੀਂ ਦੇਖਿਆ ਕਿਤੇ। ਇਹ ਇੱਥੇ ਹੀ ਕਮਾਈਆਂ ਮਹਾਂਪੁਰਖਾਂ ਦੀਆਂ, ਜਿਹੜੀਆਂ ਪਹਿਲੋਂ ਹੀ ਪਤਾ ਲੱਗਦਾ ਹੈ ਕਿ ਇਹ ਪਰਮੇਸ਼ਰ ਦੀ ਭਗਤੀ ਹੋ ਰਹੀ ਹੈ, ਪ੍ਰਭੂ ਦੀ ਭਗਤੀ ਹੋ ਰਹੀ ਹੈ। ਇੱਥੇ ਹਰ ਇੱਕ ਦੇ ਅੰਦਰੋਂ ਰੱਬ ਦਾ ਨਾਂ ਨਿਕਲਦਾ ਹੈ। ਕਹਿੰਦੇ ਡੇਰਾ ਵੜਦਿਆਂ ਸਾਰੀ ਬਸ ਮੈਨੂੰ ਕੋਈ ਹੋ ਗਿਆ। ਮਹਾਰਾਜਾ ਅਮਰਿੰਦਰ ਸਿੰਘ ਆਏ, ਉਹਨਾਂ ਨੇ ਆਪ ਮੰਨਿਆ। ਕਹਿੰਦੇ ਪਹਿਲਾ ਸਥਾਨ ਹੈ ਜਿੱਥੇ ਅੰਦਰ ਗੱਦੀ ਸਾਹਿਬ ਦੇ ਮੱਥਾ ਟੇਕਦਿਆਂ ਮੇਰੇ ਸਰੀਰ 'ਚ ਚਰਨਾਹਟ ਆਈ ਹੈ ਅਤੇ ਮੈਨੂੰ ਪਤਾ ਲੱਗਿਆ ਵੀ ਕੋਈ ਇੱਥੇ ਕੋਈ ਬੈਠਾ ਹੈ। ਇਹ ਮੰਝਾਣੀ ਬਾਬਾ ਜੀ ਦਾ ਪਲੰਗਣੀ ਕੋਈ ਮਾਲਕ ਬੈਠਾ ਹੋਇਆ। ਉਸ ਤੋਂ ਬਾਅਦ ਭਾਵਨਾ ਬਣ ਗਈਆਂ। ਇੱਕ ਵਾਰੀ ਦਰਸ਼ਨ ਕਰਕੇ ਕਹਿੰਦੇ ਨੇ ਦਰਸ਼ਨ ਦੇਖਤੇ ਹੀ ਸੁਧ ਕੀ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਮਹਾਂਪੁਰਸ਼ਾਂ ਨੇ ਲਿਖ ਕੇ ਭੇਜਿਆ। ਇੱਥੋਂ ਸੰਤ ਨਰੈਣ ਸਿੰਘ ਜੀ ਨੇ ਮਹਾਰਾਜਾ ਭੁਪਿੰਦਰ ਸਿੰਘ ਨੂੰ, ਉਹਨੇ ਕਿਹਾ ਵੀ ਮਹਾਰਾਜ ਜੀ ਤਾਂ ਚਲੇ ਗਏ, ਹੁਣ ਕੀ ਰਹਿ ਗਿਆ ਪੁੱਛੋ ਵਿੱਚ। ਕਹਿਣ ਉੱਥੇ ਹੁਣ ਉਹਨਾਂ ਦਾ ਮੰਜਾ ਲੈ ਕੇ ਬੈਠੇ ਹੋਏ ਆ ਅਤੇ ਉਹਨਾਂ ਦੇ ਕਮਰੇ ਨੂੰ ਤਾਲਾ ਲਾਈ ਬੈਠੇ ਆ। ਉਹਨਾਂ ਕਿਹਾ ਮਹਾਰਾਜੇ ਨੂੰ ਤੂੰ ਜਿੱਥੇ ਮਰਜ਼ੀ ਭੱਜ ਲਾ, ਚਿੱਠੀ 'ਚ ਲਿਖਿਆ ਜਿੱਥੋਂ ਤੱਕ ਮਰਜ਼ੀ ਨੱਠ ਲਾ, ਤੇਰਾ ਮਸਲਾ ਨਹੀਂ ਹੱਲ ਹੋਣਾ ਜਦ ਤੱਕ ਤੂੰ ਬਾਬਾ ਜੀ ਦੇ ਪਲੰਗ 'ਤੇ ਮਹਾ ਕਸ਼ਟ ਨਿਵਾਰਨ ਗੱਦੀ ਸਾਹਿਬ 'ਤੇ ਮੱਥਾ ਨਹੀਂ ਟੇਕ ਜਾਏਗਾ। ਇਹਨੂੰ ਕੋਠਾ ਨਾ ਸਮਝ, ਇਹਨੂੰ ਪਲੰਗ ਨਾ ਸਮਝ, ਇੱਥੇ ਉਹ ਆਪ ਬਿਰਾਜਮਾਨ ਨਹੀਂ। ਆਖੋ ਸ੍ਰੀ ਵਾਹਿਗੁਰੂ। ਆਣ ਕੇ ਅੰਦਰ ਵੜ ਕੇ ਅਰਦਾਸ ਤਾਂ ਕਰਕੇ ਵੇਖ, ਜੇ ਬਾਬਾ ਜੀ ਹੋਣਗੇ ਰੂਮੀ ਵਾਲੇ ਤੇ ਤੈਨੂੰ ਬੋਲ ਪੈਣਗੇ। ਆਖੋ ਸੀ ਵਾਹਿਗੁਰੂ। ਉਹਨਾਂ ਦੀਆਂ ਵਡਿਆਈਆਂ ਨੇ। ਇਹ ਕੌਣ ਕਰਵਾ ਰਿਹਾ ਹੈ? ਅਸੀਂ ਤਾਂ ਐਸੀ ਹਿੰਮਤ ਵਾਲੇ ਹੈ ਨਹੀਂ। ਚਾਹੇ ਹੁਣ ਰਹਿਣ ਸਬਾਈਆਂ, ਚਾਹੇ ਬਾਬਾ ਜੀ ਦੇ ਸਥਾਨਾਂ ਦੀਆਂ ਸੇਵਾ ਹੋਣ, ਚਾਹੇ ਸਕੂਲ ਕਾਲਜ ਚੱਲਣ, ਕੁਝ ਵੀ। ਇਹ ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਬੰਦਾ ਕੀ ਚੀਜ਼ ਹੈ? ਉਹਨਾਂ ਨੇ ਆਪ ਦਾ ਕਾਰਜ ਆਪ ਕਰਨਾ ਹੈ। ਇਸ ਸਥਾਨ ਦੀ ਰਾਮ ਟਿੱਲੇ ਦੀ ਲਾਜ ਕਿਹਨਾਂ ਨੂੰ ਹੈ? ਜਿਨ੍ਹਾਂ ਦਾ ਰਾਮ ਟਿੱਲਾ ਹੈ ਉਹਨਾਂ ਨੂੰ ਹੀ ਲਾਜ ਹੈ। ਸੰਤ ਜਸਪ੍ਰੀਤ ਸਿੰਘ ਜੀ ਇੱਥੇ ਆਪਣੀ ਹਾਜ਼ਰੀ ਦੇ ਰਹੇ ਨੇ, ਪਰ ਲਾਜ ਕਿਹਨੂੰ ਹੈ? ਭਾਈ ਜਿਨ੍ਹਾਂ ਨੇ ਇਹ ਥਾਂ ਥਾਪਿਆ ਹੈ, ਬਾਬਾ ਮਾਹਰਨਾਮ ਸਿੰਘ ਜੀ ਨੇ ਮਲੂਕੀ ਵਾਲੇ, ਉਹਨਾਂ ਨੇ ਕਿਹਾ ਸੀ ਮੈਂ ਨਹੀਂ ਬਾਬਾ ਜੀ ਤੂੰ ਹੈ। ਇਸ ਸਥਾਨ ਦੇ ਵਿੱਚ ਉਹਨਾਂ ਨੇ ਆਪ ਦੀ ਪੂਜਾ, ਉਹਨੇ ਕਿਹਾ ਮੇਰੇ ਮੁਰਸ਼ਦ ਦੀ ਪੂਜਾ ਹੋਵੇ। ਆਖੋ ਸੀ ਵਾਹਿਗੁਰੂ। ਸਾਰਾ ਕੁਝ ਮੇਰੇ ਗੁਰਦੇਵ ਦਾ ਹੈ। ਅਤੇ ਸਾਰੀਆਂ ਸੰਗਤਾਂ ਉਹਨਾਂ ਦੇ ਵਿੱਚ ਅਸਥਾਨ 'ਤੇ ਮੱਥਾ ਟੇਕਦੀਆਂ ਨੇ। ਬਾਬਾ ਜੀ ਦੇ ਸਥਾਨ 'ਤੇ ਮੱਥਾ ਟੇਕ ਕੇ ਖੁਸ਼ੀਆਂ ਲੈ ਕੇ ਜਾਂਦੀਆਂ। ਇਹ ਮਹਾਂਪੁਰਸ਼ਾਂ ਦੀ ਜਿਹੜੀ ਕਮਾਈ ਹੈ ਉਹ ਛੁਪਦੀ ਨਹੀਂ, ਉਹ ਪ੍ਰਗਟ ਹੀ ਰਹਿੰਦੀ ਹੈ। ਇਸ ਸਥਾਨ ਨੂੰ ਨਮਸਕਾਰ ਹੈ। ਇੱਕ ਦਿਨ ਸਾਲ 'ਚ ਹਾਜ਼ਰੀ ਭਰੀ ਦੀ ਵੀ ਚਲੋ ਇਸ ਬਹਾਨੇ ਸਮਾਂ ਨਿਕਲ ਆਉਂਦਾ ਹੈ ਅਤੇ ਹਾਜ਼ਰੀ ਭਰ ਲਈ ਦੀ। ਜਿਨ੍ਹਾਂ ਨੇ ਬੈਠਣਾ ਹੈ, ਕੋਈ 4 ਬੈਠਣ ਦਾ ਆਪਾਂ ਨੂੰ ਇਸ ਨਾਲ ਮਤਲਬ ਨਹੀਂ। ਜਿਨ੍ਹਾਂ ਨੂੰ ਬਾਬਾ ਜੀ ਨੇ ਬਿਠਾਉਣਾ ਹੈ ਬਿਠਾ ਲੈਣਾ। ਸਾਨੂੰ ਮਤਲਬ ਹੈ ਕਿ ਆਪਾਂ ਇੱਥੇ ਆਪਣੀ ਹਾਜ਼ਰੀ ਭਰ ਲਈਏ। ਮਹਾਂਪੁਰਖ ਬਾਬਾ ਬਲਵਿੰਦਰ ਸਿੰਘ ਜੀ, ਕੋਈ ਗੱਲ ਹੋਣੀ
ਬੜੀ ਗਰੀਬੀ ਸੀ ਉਹਨਾਂ 'ਚ। ਅਸੀਂ ਵੀ ਆਏ, ਉਹਨਾਂ ਕਿਹਾ ਜੀ ਪੁੱਛੋ ਤੋਂ ਆਗਿਆ ਲੈ ਕੇ ਆਓ, ਬਾਬਾ ਜੀ ਤੋਂ ਮੋਹਰ ਲਵਾ ਕੇ ਆਓ, ਫਿਰ ਅਸੀਂ ਬਾਬਾ ਜੀ ਦਾ ਆਸਣ ਇੱਥੇ ਰੱਖਾਂਗੇ। ਆਪਣੇ ਆਪ ਗਰੀਬੀ 'ਚ ਰਹਿੰਦੇ ਸੀ। ਬਾਬਾ ਖੇਮ ਸਿੰਘ ਜੀ ਦਾ ਬਹੁਤ ਉਹਨਾਂ ਦੇ ਮਨ 'ਚ ਸਤਿਕਾਰ ਸੀ। ਹਜ ਸਲਾ ਕੇ ਹੁਕਮਨਾਮਾ ਹੋਏਗਾ, ਉਸ ਤੋਂ ਉਪਰੰਤ ਫਿਰ ਸਮਾਪਤੀ ਹੈ। ਸੰਗਤਾਂ ਨੇ ਗੱਡੀਆਂ 'ਚ ਬੈਠਣਾ ਤੇ ਪਹੁੰਚ ਜਾਣਾ ਪੁੱਛੋ ਸਾਹਿਬ, ਇਸ਼ਨਾਨ ਪਾਣੀ ਕਰਕੇ ਸੁਖਮਨੀ ਚਲੇ ਜਾਣਾ। ਹਰ ਜਿਸ ਗਾਇਓ ਹੱਥ